ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਚੜ੍ਹਨ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਹਰ ਰੋਜ਼ ਦੀ ਤਰ੍ਹਾਂ ਹੀ ਜਿਸ ਤਰੀਕੇ ਦੇ ਨਾਲ ਲੰਘੇ ਕੱਲ੍ਹ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲੀ ਹੈ, ਉਹਦੇ ਕਰਕੇ ਰਾਤ ਦੇ ਵੇਲੇ ਠੰਡ ਦੇ ਵਿੱਚ ਕਟੌਤੀ ਸੀ। ਲੰਘੇ ਕੱਲ੍ਹ ਸਵੇਰ ਦੇ ਵੇਲੇ ਧੁੰਦ ਬੇਹੱਦ ਪਈ ਹੈ, ਤਰੇਲ ਬੇਹੱਦ ਪਈ ਹੈ, ਪਰ ਸੋਹਣੀ ਧੁੱਪ ਨਿਕਲਣ ਦੇ ਕਰਕੇ ਠੰਡ ਇੱਕਦਮ ਥੋੜ੍ਹੀ ਜਿਹੀ ਘਟੀ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਹੁਣ 3-4 ਦਿਨ ਪੰਜਾਬ ਦੇ ਵਿੱਚ ਬੜੀ ਸੋਹਣੀ ਧੁੱਪ ਨਿਕਲਣੀ ਆ। ਠੰਡ ਨੂੰ ਕੁਝ ਹੱਦ ਤੱਕ ਇਸ ਤਪਸ਼ ਦੇ ਕਰਕੇ, ਇਸ ਧੁੱਪ ਦੇ ਕਰਕੇ ਫਰਕ ਪੈਣਾ ਕੁਦਰਤੀ ਹੈ। ਬਾਕੀ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਦੱਸੀ ਗਈ ਅਗਲੇ 1 ਹਫ਼ਤੇ ਤੱਕ। ਤੇ ਜਿਸ ਤਰੀਕੇ ਦੇ ਨਾਲ ਧੁੱਪ ਚਮਕੀ ਹੈ ਲੰਘੇ ਕੱਲ੍ਹ, ਉਹਨੂੰ ਸੇਕਣ ਦੇ ਵਿੱਚ ਵੱਖਰਾ ਸਵਾਦ ਸੀ ਤੇ ਲੋਕ ਆ ਜਿਹੜੇ ਥੋੜ੍ਹੇ ਜਿਹੇ ਠੰਡ ਤੋਂ ਰਾਹਤ ਮਹਿਸੂਸ ਕਰਦੇ ਹੋਏ ਦਿਸੇ ਆ। ਤੇ ਬਾਕੀ ਸਮਾਂ ਬਿਆਨ ਕਰੂ ਕਿ ਜੋ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਇਹ ਕਿੱਥੇ ਜੇ ਖੜੀ ਹੈ ਤੇ ਕਿੰਨੀ ਕੁ ਖੜੀ ਹੈ। ਪੰਜਾਬ ਦੀ ਕਾਂਗਰਸ ਦੇ ਵਿੱਚ ਖਿਲਾਰੇ ਲਗਾਤਾਰ ਪਾਈ ਜਾਂਦੇ ਆ। ਪੰਜਾਬ ਦੇ ਵਿੱਚ ਮੁੱਖ ਮੰਤਰੀ ਕੌਣ ਬਣੂ, ਇਹਦਾ ਰੌਲਾ ਲਗਾਤਾਰ ਵੱਧ ਰਿਹਾ। ਸੁਖਪਾਲ ਸਿੰਘ ਖਹਿਰਾ ਨੂੰ ਲੰਘੇ ਕੱਲ੍ਹ ਜ਼ਮਾਨਤ ਮਿਲ ਗਈ ਹੈ, ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਆ। ਉਹਨਾਂ ਦੇ ਵੱਲੋਂ ਲੰਘੇ ਕੱਲ੍ਹ ਲਗਭਗ 3 ਵਜੇ ਸ਼ਾਮ ਦੇ ਵੇਲੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਬਹੁਤ ਸਾਰੇ ਸਿਆਸੀ ਸ਼ਰੀਕਾਂ ਨੇ ਬਹੁਤ ਵੱਡਾ ਚਾਲ ਚੱਲੀ, ਬਹੁਤ ਵੱਡਾ ਛੜਯੰਤਰ ਰਚਿਆ। ਜਿਹੜੇ ਚਾਹੁੰਦੇ ਸੀ ਕਿ ਮੈਂ ਐਤਕੀ ਭੁਲੱਥ ਤੋਂ ਚੋਣ ਨਾ ਲੜ ਸਕਾਂ, ਪਰ ਮੈਂ ਚੋਣ ਲੜਾਂਗਾ ਵੀ ਤੇ ਜਿੱਤਾਂਗਾ ਵੀ। ਉਹਨਾਂ ਨੇ ਕਿਹਾ ਜੀ ਕਿ ਮੈਂ ਇਕੱਲੇ ਬੰਦੇ ਨੂੰ ਬੇਨਕਾਬ ਕਰੂੰਗਾ। ਮੇਰੇ ਉੱਤੇ ਦੋਸ਼ ਕੋਈ ਨਹੀਂ ਸੀ, ਮੇਰੇ ਖਿਲਾਫ ਸਬੂਤ ਕੋਈ ਨਹੀਂ ਸੀ, ਪਰ ਜਿਸ ਤਰੀਕੇ ਦੇ ਨਾਲ ਮੈਨੂੰ ਟੌਰਚਰ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਮੇਰੇ ਉੱਤੇ ਕਾਰਵਾਈ ਕੀਤੀ ਗਈ ਹੈ, ਇਹ ਬਹੁਤ ਮਾੜੀ ਗੱਲ ਹੈ। ਇਹ ਬਦਲਾ ਲਊ ਰਾਜਨੀਤੀ ਦਾ ਇੱਕ ਪ੍ਰਤੀਕ ਹੈ, ਇਸ ਤੋਂ ਵੱਧ ਕੇ ਕੁਝ ਵੀ ਨਹੀਂ। ਹੁਣ ਭੁਲੱਥ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਬੀਬੀ ਜਗੀਰ ਕੌਰ ਨੂੰ ਕਿੰਨੀ ਕੁ ਟੱਕਰ ਦੇਣ ਦੇ ਸਮਰੱਥ ਹੁੰਦੇ ਆ? ਕੀ ਸੁਖਪਾਲ ਸਿੰਘ ਖਹਿਰਾ ਆਪਣੀ ਵਿਧਾਇਕੀ ਬਚਾਉਣ ਦੇ ਵਿੱਚ ਕਾਮਯਾਬ ਹੋਣਗੇ? ਕੀ ਇੱਥੋਂ ਇੱਕ ਵਾਰ ਫੇਰ ਸੀਟ ਜਿੱਤ ਲੈਣਗੇ? ਇਹ ਹੁਣ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਇਸ ਤੋਂ ਅਗਲੀਆਂ ਬਹੁਤ ਸਾਰੀਆਂ ਖਬਰਾਂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਅੰਮ੍ਰਿਤਸਰ ਈਸਟ ਦੇ ਵਿੱਚ ਜਾ ਕੇ ਤੇ ਪਾਰਟੀ ਦੇ ਵਰਕਰਾਂ ਦੇ ਨਾਲ ਮੇਲਜੋਲ ਸ਼ੁਰੂ ਕਰ ਦਿੱਤਾ ਗਿਆ, ਇਹ ਜਾਣਦੇ ਹੋਏ ਕਿ ਮਜੀਠਾ ਸੀਟ ਤਾਂ ਸਾਡੀ ਪੱਕੀ ਹੈ। ਬਿਕਰਮ ਮਜੀਠੀਏ ਦਾ ਪੂਰਾ ਧਿਆਨ ਹੈ ਜਿਹੜਾ ਉਹ ਅੰਮ੍ਰਿਤਸਰ ਈਸਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੇਂਦਰਿਤ ਹੋ ਗਿਆ। ਸੋ ਕਾਂਗਰਸ ਤੇ ਅਕਾਲੀ ਦਲ ਦੇ ਵਰਕਰ ਹੈ ਜਿਹੜੇ ਉਹ ਆਪਸ ਦੇ ਵਿੱਚ ਚੋਭਾ ਲਾ ਰਹੇ ਆ। ਕਾਂਗਰਸੀ ਇਹ ਗੱਲ ਕਹਿੰਦੇ ਆ ਵੀ ਭਾਈ ਮਜੀਠੀਆ ਕੀ ਸਾਡੇ ਸਿੱਧੂ ਦੇ ਮੂਹਰੇ, ਤੇ ਅਕਾਲੀ ਇਹ ਗੱਲ ਕਹਿੰਦੇ ਆ ਕਿ ਮਜੀਠੀਏ ਤੋਂ ਬਿਨਾਂ ਜਿੱਤ ਵੀ ਕੋਈ ਨਹੀਂ ਸਕਦਾ ਇੱਥੇ, ਤੇ ਮਜੀਠੀਆ ਹੀ ਜਿੱਤੂ ਅੰਮ੍ਰਿਤਸਰ ਈਸਟ ਦੀ ਸੀਟ, ਤੇ ਨਵਜੋਤ ਸਿੰਘ ਸਿੱਧੂ ਤਾਂ ਗਿਆ ਕਿ ਗਿਆ। ਯਾਨੀ ਕਿ ਇਸ ਵਕਤ ਇੱਕ ਦੂਜੇ ਦੇ ਪੈਰ ਮਿੱਧਣ ਦੀ ਕਸਰ ਕੋਈ ਨਹੀਂ ਬਾਕੀ ਛੱਡੀ ਜਾ ਰਹੀ। ਪਰ ਲੰਘੇ ਕੱਲ੍ਹ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਏ ਗਏ ਆ, ਉਹਨਾਂ ਦੋਸ਼ਾਂ ਦੇ ਬਾਬਤ ਵੱਖ-ਵੱਖ ਥਾਵਾਂ 'ਤੇ ਵੱਖੋ ਵੱਖਰੀ ਵਿਚਾਰ ਚਰਚਾ। ਭੈਣ ਦੇ ਵੱਲੋਂ ਸੁਮਨ ਤੂਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਮੀਡੀਆ ਦੇ ਮੂਹਰੇ ਕਿ ਨਵਜੋਤ ਸਿੰਘ ਸਿੱਧੂ ਨੇ ਸਾਡੇ ਪਰਿਵਾਰ ਦਾ ਖਿਆਲ ਨਹੀਂ ਕੀਤਾ, ਆਪਣੀ ਮਾਂ ਦੀ ਬੇਕਦਰੀ ਕੀਤੀ ਹੈ, ਸਾਨੂੰ ਕਦੇ ਪਛਾਣਿਆ ਨਹੀਂ। ਮੈਂ ਗਈ ਸਾਂ ਪਿਛਲੇ ਦਿਨੀ ਸਿੱਧੂ ਦੇ ਘਰ, ਆਪਣੇ ਵੀਰ ਸ਼ੈਰੀ ਦੇ ਘਰ, ਪਰ ਉਹਨੇ ਬੂਹਾ ਨਹੀਂ ਖੋਲ੍ਹਿਆ, ਮੋਬਾਈਲ ਨੰਬਰ ਉਹਨੇ ਮੇਰਾ ਬਲੌਕ ਕਰ ਦਿੱਤਾ। ਤੇ ਉਹਨੇ ਹੁਬਕੀ ਰੋ ਕੇ ਮੀਡੀਆ ਦੇ ਮੂਹਰੇ ਇਹ ਗੱਲ ਕਹੀ ਹੈ ਕਿ ਕਦੇ ਪੱਤਰਕਾਰ ਨਵਜੋਤ ਸਿੱਧੂ ਨੇ ਇਹ ਵੀ ਸਵਾਲ ਪੁੱਛਣ ਕਿ ਵੀਰੇ ਇਹ ਦੱਸ ਵੀ ਤੂੰ ਆਪਦੇ ਪਰਿਵਾਰ ਨੂੰ ਕਿਹੜੀ ਗੱਲੋਂ ਧੱਕਾ ਮਾਰਿਆ, ਪਰਿਵਾਰ ਨੂੰ ਕਿਹੜੀ ਗੱਲੋਂ ਛੱਡਿਆ, ਪਰਿਵਾਰ ਦਾ ਕਸੂਰ ਕੀ ਸੀ? ਉਸ ਔਰਤ ਦੇ ਵੱਲੋਂ, ਉਸ ਭੈਣ ਦੇ ਵੱਲੋਂ ਦੋਸ਼ ਬਹੁਤ ਸਾਰੇ ਲਾਏ ਗਏ ਆ। ਹਾਲਾਂਕਿ ਇਹ ਪਰਿਵਾਰਕ ਮਾਮਲਾ, ਇਸ ਪਰਿਵਾਰਕ ਮਾਮਲੇ ਦੀ ਸੱਚਾਈ ਜਾਂ ਨਵਜੋਤ ਸਿੱਧੂ ਜਾਣਦੇ ਆ ਜਾਂ ਇਹ ਲੜਕੀ ਜਾਣਦੀ ਹੈ, ਪਰ ਜਿੰਨੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਦੇ ਉੱਤੇ ਕੋਈ ਉੱਤਰ ਨਹੀਂ ਦਿੰਦੇ ਗਏ, ਉਨੀ ਦੇਰ ਤੱਕ ਵਿਚਲੀ ਸੱਚਾਈ ਸਾਹਮਣੇ ਨਹੀਂ ਆਉਂਦੀ। ਮੈਨੂੰ ਕੁਝ ਜਾਣਕਾਰੀਆਂ ਪ੍ਰਾਪਤ ਵੀ ਹੋਈਆਂ, ਪਰ ਕਿਉਂਕਿ ਜਦੋਂ ਪਰਿਵਾਰਕ ਮਸਲਾ ਹੋਵੇ ਉਹਦੇ ਵਿੱਚ ਇੱਦਾਂ ਦੀ ਕੋਈ ਗੱਲਬਾਤ ਨਹੀਂ ਕਰਨੀ ਚਾਹੀਦੀ ਜਿੰਨੀ ਦੇਰ ਤੱਕ ਦੂਜੇ ਪੱਖ ਦੇ ਵੱਲੋਂ ਵੀ ਆਪਣੇ ਵਿਚਾਰ ਨਹੀਂ ਪੇਸ਼ ਕੀਤੇ ਜਾਂਦੇ। ਪਰ ਜਦੋਂ ਰਾਜਨੀਤੀ ਸਿਖਰ ਦੇ ਉੱਤੇ ਆ, ਜਦੋਂ ਚੋਣਾਂ ਦਾ ਮਾਹੌਲ ਸਿਖਰ ਦੇ ਉੱਤੇ ਆ, ਤਾਂ ਇਸੇ ਗੱਲ ਨੂੰ ਹੁਣ ਵਿਰੋਧੀਆਂ ਦੇ ਵੱਲੋਂ ਪੜੁੱਲ ਬਣਾ ਕੇ ਪੇਸ਼ ਕੀਤਾ ਜਾਊਗਾ। ਤੇ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਵੀ ਦਿੱਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਆਪਣੇ ਟੱਬਰ ਦਾ ਨਹੀਂ ਹੋਇਆ ਤੇ ਉਹ ਪੰਜਾਬ ਦਾ ਕਿੱਥੋਂ ਹੋ ਜੂ। ਬਿਕਰਮ ਸਿੰਘ ਮਜੀਠੀਆ ਨੇ ਤਾਂ ਇੱਥੋਂ ਤੱਕ ਗੱਲ ਕਹਿਤੀ ਹੈ ਕੱਲ੍ਹ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਨੈਤਿਕਤਾ ਨੂੰ ਕਿਵੇਂ ਉਹਨੇ ਛਿੱਕੇ ਟੰਗਿਆ, ਕਦਰਾਂ ਕੀਮਤਾਂ ਦਾ ਕਿਵੇਂ ਘਾਣ ਕੀਤਾ, ਇਸ ਗੱਲ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਹੈ। ਜਿਹੜਾ ਆਪਦੇ ਟੱਬਰ ਦਾ ਨਹੀਂ ਹੋਇਆ, ਆਪਦੀ ਮਾਂ ਤੇ ਭੈਣ ਦਾ ਨਹੀਂ ਹੋਇਆ, ਉਹ ਪੰਜਾਬ ਦਾ ਕਿਵੇਂ ਹੋ ਜੂ? ਮਤਲਬ ਇਹ ਆ ਵੀ ਮੌਕਾ ਮਿਲਿਆ ਤੇ ਮੌਕੇ ਦੀ ਸ਼ਰੀਕਾਂ ਦੇ ਵੱਲੋਂ ਹੁਣ ਚੋਖੀ ਵਰਤੋਂ ਕੀਤੀ ਜਾਣੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਲੱਗੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਰਿਵਾਰਕ ਵਿਵਾਦ ਦੇ ਵਿੱਚ ਘਿਰ ਗਏ ਨੇ। ਸਿੱਧੂ ਦੀ NRI ਭੈਣ ਸੁਮਨ ਤੂਰ ਨੇ ਦੋਸ਼ ਲਾਇਆ ਕਿ ਸਿੱਧੂ ਦੇ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਤੇ ਵੱਡੀ ਭੈਣ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਮੀਡੀਆ ਦੇ ਵਿੱਚ ਬਿਆਨ ਦੇ ਕੇ ਝੂਠ ਬੋਲਿਆ ਗਿਆ ਕਿ ਮੇਰੇ ਮਾਤਾ ਪਿਤਾ ਨਿਆਇਕ ਤੌਰ ਦੇ ਉੱਤੇ ਅਲੱਗ ਹੋਏ। ਸਿੱਧੂ ਉਸ ਵਕਤ ਆਪਣੀ ਉਮਰ 2 ਸਾਲ ਦੱਸ ਰਹੇ ਨੇ, ਪਰ ਇਹ ਸਾਰਾ ਕੁਝ ਕੋਰਾ ਝੂਠ ਹੈ।
US ਤੋਂ ਚੰਡੀਗੜ੍ਹ ਪਹੁੰਚੀ ਸਿੱਧੂ ਦੀ ਭੈਣ ਸੁਮਨ ਤੂਰ ਨੇ ਕਿਹਾ ਕਿ ਉਹ ਇਸ ਮੁੱਦੇ ਤੇ ਨਵਜੋਤ ਸਿੱਧੂ ਨੂੰ ਮਿਲਣ ਦੇ ਲਈ ਅੰਮ੍ਰਿਤਸਰ ਦੇ ਵਿੱਚ ਉਹਦੇ ਘਰ ਵੀ ਗਈ ਸੀ, ਪਰ ਉਹਨਾਂ ਨੇ ਗੇਟ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਮੇਰੇ WhatsApp ਨੂੰ ਵੀ ਬਲੌਕ ਕਰ ਦਿੱਤਾ ਗਿਆ। ਹਾਲਾਂਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਸਿੱਧੂ ਜਾਂ ਉਸ ਦੇ ਪੱਖ ਤੋਂ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਨੇ ਕਿਹਾ ਕਿ ਸ਼ੈਰੀ ਯਾਨੀ ਕਿ ਨਵਜੋਤ ਸਿੰਘ ਸਿੱਧੂ ਬਹੁਤ ਹੀ ਕਰੂਅਲ ਹੈ। ਉਹਨਾਂ ਨੇ ਕਿਹਾ ਕਿ 1986 ਦੇ ਵਿੱਚ ਜਦੋਂ ਪਿਤਾ ਭਗਵੰਤ ਸਿੱਧੂ ਦੀ ਭੋਗ ਸੈਰੇਮਨੀ ਹੋਈ, ਉਸ ਤੋਂ ਤੁਰੰਤ ਬਾਅਦ ਸਿੱਧੂ ਨੇ ਮਾਂ ਦੇ ਨਾਲ ਉਹਨੂੰ ਘਰ ਦੇ ਵਿੱਚੋਂ ਕੱਢ ਦਿੱਤਾ। ਸੁਮਨ ਨੇ ਕਿਹਾ ਕਿ ਉਸ ਦੀ ਮਾਂ ਨੇ ਆਪਣੀ ਅਕਸ ਨੂੰ ਬਚਾਉਣ ਦੇ ਲਈ ਦਿੱਲੀ ਦੇ ਚੱਕਰ ਕੱਢੇ ਤੇ ਅੰਤ ਦੇ ਵਿੱਚ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਲਵਾਰਸ ਦੀ ਤਰ੍ਹਾਂ ਉਸ ਦੀ ਮੌਤ ਹੋ ਗਈ। ਸੁਮਨ ਤੂਰ ਨੇ ਕਿਹਾ ਕਿ ਸਿੱਧੂ ਨੇ ਇਹ ਸਾਰਾ ਕੁਝ ਪ੍ਰਾਪਰਟੀ ਦੇ ਲਈ ਕੀਤਾ। ਸੁਮਨ ਤੂਰ ਨੇ ਕਿਹਾ ਕਿ 1990 ਦੇ ਵਿੱਚ ਅਮਰੀਕਾ ਚਲੇ ਗਏ ਸਾਂ ਅਸੀਂ। ਸਿੱਧੂ ਨੇ ਮਾਂ ਨਿਰਮਲ ਮਹਾਜਨ ਉਰਫ ਨਿਰਮਲ ਭਗਵੰਤ ਦੇ ਨਾਲ ਨਾਇਨਸਾਫੀ ਕੀਤੀ। ਉਹਨਾਂ ਨੇ ਕਿਹਾ ਕਿ ਸਿੱਧੂ ਨੇ ਇੱਕ ਮੈਗਜ਼ੀਨ ਦੇ ਵਿੱਚ ਦਿੱਤੇ ਗਏ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ। ਉਹ ਉਸ ਨੂੰ ਲੱਭ ਰਹੀ ਸੀ ਤੇ ਉਹਨਾਂ ਨੂੰ ਇਹ ਆਰਟੀਕਲ ਹੁਣ ਮਿਲਿਆ ਤੇ ਜਦੋਂ ਹੁਣ ਇਹ ਆਰਟੀਕਲ ਮਿਲਿਆ ਤਾਂ ਉਸ ਨੇ ਸਿੱਧੂ ਨੂੰ ਮਿਲਣ ਦੀ ਗੱਲ ਕੀਤੀ। ਉਹ ਸਿੱਧੂ ਨੂੰ ਕਹਿਣਾ ਚਾਹੁੰਦੀ ਸੀ ਕਿ ਜਨਤਕ ਤੌਰ ਦੇ ਉੱਤੇ ਮਾਂ ਦੇ ਬਾਰੇ ਕਹੀਆਂ ਹੋਈਆਂ ਗੱਲਾਂ ਬਾਰੇ ਮਾਫੀ ਮੰਗੇ, ਪਰ ਉਸ ਨੇ ਗੱਲ ਸੁਣਨ ਤੋਂ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਬਾਰੇ ਦੇ ਵਿੱਚ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਸੁਮਨ ਤੂਰ ਨੂੰ ਬਿਲਕੁਲ ਨਹੀਂ ਜਾਣਦੀ। ਨਵਜੋਤ ਸਿੱਧੂ ਦੇ ਪਿਤਾ ਦੇ 2 ਵਿਆਹ ਹੋਏ ਸਨ। ਪਹਿਲੇ ਵਿਆਹ ਤੋਂ ਉਹਨਾਂ ਦੇ 2 ਬੇਟੀਆਂ ਸਨ, ਪਰ ਮੈਂ ਉਹਨਾਂ ਨੂੰ ਬਿਲਕੁਲ ਵੀ ਨਹੀਂ ਜਾਣਦੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦਾ ਇਹ ਮਾਮਲਾ ਚੋਣਾਂ ਦੇ ਮੌਕੇ ਸਾਹਮਣੇ ਆਇਆ, ਇਹਦੇ ਵਿੱਚੋਂ ਕਈ ਤਰ੍ਹਾਂ ਦੀਆਂ ਨਵੀਆਂ ਗੱਲਾਂ ਆਉਂਦੇ ਸਮੇਂ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਆਉਣਗੀਆਂ। ਕਿਸੇ ਦੇ ਪਿਤਾ ਦੇ 2 ਵਿਆਹ, ਕਿਸੇ ਦੇ ਪਿਤਾ ਦਾ 1 ਵਿਆਹ, ਕਿਸੇ ਦੇ 3 ਵਿਆਹ, ਇਹ ਕੋਈ ਮਸਲਾ ਨਹੀਂ ਆ। ਇਹ ਬੰਦੇ ਦਾ ਪਰਿਵਾਰਕ ਮਸਲਾ ਹੈਗਾ। ਪਰ ਜਿਸ ਤਰੀਕੇ ਦੇ ਦੋਸ਼ ਲੱਗੇ ਆ ਤੇ ਦੋਸ਼ਾਂ ਦੀ ਜਿਹੜੀ ਟਾਈਮਿੰਗ ਆ, ਇਹਦੇ ਉੱਤੇ ਸਵਾਲ ਜ਼ਰੂਰ ਉੱਠ ਰਹੇ ਆ। ਕਿਉਂਕਿ ਜੇਕਰ ਇਹ 1980 ਜਾਂ 1985 ਦਾ ਮਾਮਲਾ, ਤਾਂ ਹੁਣ ਤੱਕ ਸੁਮਨ ਤੂਰ ਦੇ ਵੱਲੋਂ, ਇਸ ਭੈਣ ਦੇ ਵੱਲੋਂ ਇਸ ਮੁੱਦੇ ਨੂੰ ਕਿਉਂ ਨਹੀਂ ਚੁੱਕਿਆ ਗਿਆ ਕਿ ਇੱਕ ਆਰਟੀਕਲ ਨੂੰ ਲੱਭਣ ਦੇ ਲਈ 31-32 ਸਾਲ ਲੱਗੇ? ਕਿ ਇੱਕ ਆਰਟੀਕਲ ਲੱਭਣ ਦੇ ਲਈ ਇੰਨਾ ਸਮਾਂ ਲੱਗ ਸਕਦਾ? ਉਹ ਕਿਹੜਾ ਅਖਬਾਰ ਸੀ ਜਿਹਦੇ ਕਰਕੇ ਇੰਨਾ ਸਮਾਂ ਲੱਗ ਗਿਆ ਤੇ ਹੁਣ ਤੱਕ ਇਸ ਗੱਲ ਦੇ ਬਾਬਤ ਕੋਈ ਜਾਣਕਾਰੀ ਜਨਤਕ ਤੌਰ ਦੇ ਉੱਤੇ ਕੀਤੀ ਨਹੀਂ ਗਈ? ਇਹ ਬਹੁਤ ਸਾਰੀਆਂ ਗੱਲਾਂ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਆਉਣਗੀਆਂ। ਸੁਮਨ ਤੂਰ ਨੇ ਗੱਲ ਕਹੀ ਹੈ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ, ਪੈਸੇ ਦੀ ਖਾਤਰ ਨਵਜੋਤ ਸਿੰਘ ਸਿੱਧੂ ਨੇ ਸਾਰਾ ਕੁਝ ਕੀਤਾ, ਭੈਣ ਦੇ ਰਿਸ਼ਤੇ ਨੂੰ ਵੀ ਨਹੀਂ ਮੰਨਿਆ ਤੇ ਮਾਂ ਦੇ ਰਿਸ਼ਤੇ ਦੀ ਵੀ ਕਦਰ ਨਹੀਂ ਕੀਤੀ ਤੇ ਪੈਸੇ ਦੀ ਖਾਤਰ ਜੋ ਕੁਝ ਉਹਨੇ ਕੀਤਾ ਤੇ ਬਹੁਤ ਮਾੜੀ ਗੱਲ ਕੀਤੀ ਹੈ। ਨਵਜੋਤ ਕੌਰ ਸਿੱਧੂ ਨੇ ਗੱਲ ਕਹੀ ਹੈ ਕਿ ਮੇਰੇ ਸਹੁਰੇ ਦੇ 2 ਵਿਆਹ ਹੋਏ ਸੀ ਤੇ ਪਹਿਲੇ ਵਿਆਹ ਦੇ ਵਿੱਚੋਂ 2 ਕੁੜੀਆਂ ਸੀ, ਕੁਛ ਇੱਦਾਂ ਦੀ ਗੱਲਬਾਤ ਹੋਈ ਹੈ। ਪਰ ਗੱਲ ਦੇਖੋ, ਇਹ ਇੱਕ ਪਰਿਵਾਰਕ ਮੈਟਰ ਆ। ਇਹ ਪਰਿਵਾਰਕ ਮੈਟਰ, ਇਹ ਪਰਿਵਾਰਕ ਮਾਮਲਾ ਜੇਕਰ ਮੀਡੀਆ ਦੇ ਮੂਹਰੇ ਨਾ ਆਉਂਦਾ ਤਾਂ ਬਹੁਤ ਚੰਗੀ ਗੱਲ ਸੀ। ਪਰ ਜਦੋਂ ਹੁਣ ਮੀਡੀਆ ਦੇ ਮੂਹਰੇ ਆ ਹੀ ਗਿਆ ਤਾਂ ਨਵਜੋਤ ਸਿੰਘ ਸਿੱਧੂ ਇਸ ਮੁਤਲਕ ਕੀ ਜਾਣਕਾਰੀ ਦੇਣਗੇ, ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪਰ ਇਹ ਗੱਲ ਲੋਕਾਂ ਦੇ ਮਨ ਦੇ ਵਿੱਚ ਜ਼ਰੂਰ ਖੜਕਦੀ ਹੈ ਕਿ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਜਦੋਂ ਚੋਣਾਂ ਦੇ ਵਿੱਚ ਹੁਣ 20, 22, 23 ਦਿਨ ਬਾਕੀ ਆ, ਉਸੇ ਵੇਲੇ ਹੀ ਇਹ ਭੈਣ ਸੁਮਨ ਤੂਰ ਸਾਹਮਣੇ ਆਈ। ਜੇਕਰ ਇਹ 2 ਸਾਲ ਪਹਿਲਾਂ ਸਾਹਮਣੇ ਆਉਂਦੇ ਤਾਂ ਸਾਨੂੰ ਸਮਝ ਆਉਂਦੀ ਜੀ ਕਿ ਹੁਣ ਚੋਣਾਂ ਦਾ ਕੋਈ ਲਾਲਚ ਨਹੀਂ, ਹੁਣ ਕੋਈ ਚੱਕਰ ਨਹੀਂ। ਇਸ ਕਰਕੇ ਇਹਨਾਂ ਦੇ ਦਰਦ ਕਹਾਣੀ ਹੈ ਜਿਹੜੀ ਉਹ ਬੇਸ਼ੱਕ ਚਿਰਾਂ ਬਾਅਦ ਫੁੱਟੀ ਹੈ, ਪਰ ਇਹ ਸਾਹਮਣੇ ਇਸ ਕਰਕੇ ਆਏ ਆ ਕਿਉਂਕਿ ਸੱਚੀ ਮੁੱਚੀ ਅੰਦਰੋਂ ਦੁਖੀ ਹੈ। ਪਰ ਚੋਣਾਂ ਦੇ ਮੌਕੇ ਆਉਣਾ, ਟਾਈਮਿੰਗ ਦੇਖੋ ਕਿਹੜੀ ਹੈ। ਇਸ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋਣੇ ਹੋਰ ਵੀ ਕੁਦਰਤੀ ਹੈ। ਉਸ ਤੋਂ ਅਗਲੀ ਗੱਲ ਇਹ ਹੈਗੀ ਹੈ ਕਿ 31, 32, 35 ਸਾਲ ਕਿਸੇ ਵੀ ਮਸਲੇ ਦੇ ਉੱਤੇ ਚੁੱਪ ਵੱਟੀ ਹੋਵੇ ਤੇ ਅਚਾਨਕ ਬਾਅਦ ਦੇ ਵਿੱਚ ਅਸੀਂ ਇਸ ਮੁੱਦੇ ਨੂੰ ਚੁੱਕ ਗਏ, ਇਹਦੇ ਉੱਤੇ ਸ਼ੱਕ ਪੈਦਾ ਹੋਣਾ ਜਾਂ ਸਵਾਲ ਪੈਦਾ ਹੋਣੇ ਕੁਦਰਤੀ ਹੈ। ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਜੋ ਸੁਮਨ ਤੂਰ ਨੇ ਕਿਹਾ ਉਹ 100% ਗਲਤ ਹੈ, ਨਾ ਹੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜੋ ਨਵਜੋਤ ਸਿੰਘ ਸਿੱਧੂ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ। ਪਤਾ ਨਹੀਂ ਦੋਵਾਂ ਭੈਣ ਭਰਾਵਾਂ ਦੀ ਜਾਂ ਦੋਵਾਂ ਪਰਿਵਾਰਾਂ ਦੀ ਜਿਨ੍ਹਾਂ ਦੀ ਕਿ ਆਪਸ ਦੇ ਵਿੱਚ ਤਾਲਮੇਲ ਦੀ ਸਾਂਝ ਨਹੀਂ ਹੈ, ਉਹਨਾਂ ਦੇ ਵਿੱਚ ਪਤਾ ਨਹੀਂ ਕਿਹੜੀ ਗੜਬੜੀ ਹੋਊਗੀ। ਹਰ ਘਰ ਦੇ ਵਿੱਚ ਕੁਝ ਨਾ ਕੁਝ ਇੱਦਾਂ ਦਾ ਹੁੰਦਾ। ਅਸੀਂ ਉਹਨਾਂ ਦੇ ਮੁੱਦਿਆਂ ਦੇ ਵਿੱਚ ਜਾਣਾ ਵੀ ਨਹੀਂ ਚਾਹੁੰਦੇ। ਪਰ ਗੱਲ ਇਹ ਹੈ ਕਿ ਹੁਣ ਜਦੋਂ ਰਾਜਨੀਤਿਕ ਲੋਕਾਂ ਨੇ, ਸ਼ਰੀਕਾਂ ਨੇ ਇਸ ਮੁੱਦੇ ਨੂੰ ਪੂਰਾ ਖਿੱਚ ਕੇ ਆਪਣੇ ਹੱਕ ਦੇ ਵਿੱਚ ਵਰਤਣਾ, ਤਾਂ ਇਹਦੇ ਉੱਤੇ ਸਵਾਲ ਖੜੇ ਹੋਣੇ ਕੁਦਰਤੀ ਹੈ। ਸੋ ਇਸ ਵਕਤ ਜੇਕਰ ਇਹ ਕੁਝ ਨਾ ਹੁੰਦਾ, ਜਾਂ ਤਾਂ ਇਹ 25 ਦਿਨ ਬਾਅਦ ਹੁੰਦਾ ਤੇ ਜਾਂ ਇਹ 2, 4, 5, 7, 10 ਸਾਲ ਪਹਿਲਾਂ ਹੁੰਦਾ, ਤਾਂ ਇਹਦੀ ਮਹੱਤਤਾ, ਇਹਦੀ ਗੱਲਬਾਤ, ਇਹਦੇ ਵਿਚਲਾ ਅਰਥ ਕੁਝ ਹੋਰ ਹੋਣਾ ਸੀ। ਅੱਜ ਦੀ ਤਰੀਕ ਦੇ ਵਿੱਚ ਇਸ ਗੱਲ ਦੇ ਅਰਥ ਹੋਰ ਨਿਕਲਦੇ ਆ। ਸੋ ਜੇਕਰ ਨਵਜੋਤ ਸਿੰਘ ਸਿੱਧੂ ਨੇ ਆਉਂਦੇ ਸਮੇਂ 'ਚ ਕੋਈ ਇਸ ਮਾਮਲੇ 'ਤੇ ਟਿੱਪਣੀ ਕੀਤੀ, ਉਦੋਂ ਵੱਖਰਾ ਪੱਖ ਆਊਗਾ ਸਾਹਮਣੇ, ਅਗਲਾ ਪੱਖ ਆਊਗਾ ਸਾਹਮਣੇ। ਪਰ ਇਸ ਭੈਣ ਨੂੰ ਇਹ ਸਵਾਲ ਜ਼ਰੂਰ ਕਰਨਾ ਬਣਦਾ ਸੀ ਕਿ ਭੈਣ ਜੀ ਆਪ ਜੀ ਹੁਣ ਤੱਕ ਚੁੱਪ ਕਿਉਂ ਰਹੇ? ਜ਼ਿਆਦਤੀ ਆਪ ਜੀ ਦੇ ਨਾਲ 35 ਸਾਲ 32 ਸਾਲ ਪਹਿਲਾਂ ਹੋਈ ਹੈ ਤੇ ਆਪ ਜੀ ਹੁਣ ਮੀਡੀਆ ਦੇ ਮੂਹਰੇ ਆ ਰਹੇ ਆ। ਤੁਹਾਨੂੰ ਪਹਿਲਾਂ ਹੀ ਆ ਜਾਣਾ ਚਾਹੀਦਾ ਸੀ। ਕਿ ਤੁਸੀਂ ਇਸ ਤੋਂ ਪਹਿਲਾਂ ਵੀ ਮੀਡੀਆ ਮੂਹਰੇ ਗਏ ਆ? ਕਿ ਤੁਸੀਂ ਜਾ ਕੇ ਪੁਲਿਸ ਦੇ ਕੋਲੇ ਕੋਈ ਸ਼ਿਕਾਇਤ ਦਰਜ ਕਰਵਾਈ ਹੈ? ਜੇ ਕਰਵਾਈ ਹੈ ਤਾਂ ਉਹ ਕਿਹੜੇ ਥਾਣੇ ਦੇ ਵਿੱਚ ਸੀ?
ਪੁਲਿਸ ਨੇ ਇਸ ਮਾਮਲੇ ਤੇ ਕੋਈ ਸੁਣਵਾਈ ਕੀਤੀ ਕਿ ਨਹੀਂ? ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦੇ ਲਈ ਕਿਹੜੇ ਬੰਦਿਆਂ ਨੂੰ ਵਿੱਚ ਪਾਇਆ ਸੀ? ਕੀ ਨਵਜੋਤ ਸਿੰਘ ਸਿੱਧੂ ਦੇ ਨਾਲ ਫੋਨ ਦੇ ਉੱਤੇ ਜਿਹੜੀਆਂ ਗੱਲਾਂ ਹੁੰਦੀਆਂ ਰਹੀਆਂ ਉਹਦਾ ਵੇਰਵਾ ਹੈ? ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੇਰੇ ਨਾਲ WhatsApp ਦੇ ਉੱਤੇ ਹੁੰਦੀ ਚੈਟ ਦੇ ਸਕਰੀਨਸ਼ਾਟ ਵੀ ਹੈਗੇ ਆ, ਪਰ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋਏ ਆ। ਇਹ ਟਾਈਮਿੰਗ ਕਈਆਂ ਦੇ ਲਈ ਮਾਫਕ ਬੜੀ ਆਉਣੀ ਹੈ, ਕਿਉਂਕਿ ਹੁਣ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਨੂੰ ਚੁੱਕਿਆ ਤੇ ਆਪਾਂ ਜਾਣਦੇ ਕਿ ਅੰਮ੍ਰਿਤਸਰ ਈਸਟ ਤੋਂ ਮੁਕਾਬਲਾ ਮਜੀਠੀਆ ਤੇ ਸਿੱਧੂ ਦਾ ਬਹੁਤ ਤਿੱਖਾ ਹੋਣ ਵਾਲਾ। ਸੋ ਸਮਾਂ ਬਿਆਨ ਕਰੂਗਾ ਸੱਚ ਕੀ ਹੈ ਤੇ ਝੂਠ ਕੀ ਹੈ। ਕਾਂਗਰਸ ਦੇ ਵਿੱਚ ਲਗਾਤਾਰ ਖਿਲਾਰੇ ਪਈ ਜਾਂਦੇ ਆ। ਲਗਭਗ 15 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਬਗਾਵਤ ਸਿਖਰ ਦੇ ਉੱਤੇ ਪਹੁੰਚੀ ਹੋਈ ਹੈ। ਹਾਲੇ ਤੱਕ 4-5 ਸੀਟਾਂ ਜਿਹੜੀਆਂ ਉਹ ਰੁਕੀਆਂ ਹੋਈਆਂ, ਹੋਲਡ ਕੀਤੀਆਂ ਹੋਈਆਂ। ਕਾਂਗਰਸ ਹਾਈਕਮਾਨ ਨੂੰ ਇਸ ਗੱਲ ਦਾ ਡਰ ਆ ਵੀ ਇੱਥੇ ਪਟਾਕੇ ਹੋਰ ਵੱਧ ਪੈਣੇ ਆ। ਇੱਥੋਂ ਦੀਆਂ ਸੀਟਾਂ ਜਿਹੜੇ ਵਰਤਮਾਨ ਵਿਧਾਇਕ ਹੈ ਬਚਾਉਣ 'ਚ ਕਾਮਯਾਬ ਹੋਣਗੇ ਜਾਂ ਨਹੀਂ, ਇਹ ਵਕਤ ਬਿਆਨ ਕਰੂਗਾ। ਪਰ ਕਮਾਲ ਦੀ ਗੱਲ ਦੇਖੋ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਚਰਨਜੀਤ ਸਿੰਘ ਚੰਨੀ, ਇਹ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਕਹਿ ਰਹੇ ਸੀ ਕਿ ਮੈਂ ਆਪਣੇ ਭਰਾ ਡਾਕਟਰ ਮਨੋਹਰ ਸਿੰਘ ਨੂੰ ਆਜ਼ਾਦ ਤੌਰ ਦੇ ਉੱਤੇ ਚੋਣ ਲੜਨ ਤੋਂ ਰੋਕਾਂਗਾ। ਇਹ ਸਾਡਾ ਪਰਿਵਾਰਕ ਮਾਮਲਾ, ਮੈਂ ਪਰਿਵਾਰ ਦੇ ਵਿੱਚ ਇਸ ਮਸਲੇ ਨੂੰ ਸੁਲਝਾ ਲੈਣਾ ਤੇ ਮੇਰਾ ਭਰਾ ਵੀ ਮੇਰੇ ਤੋਂ ਬਾਹਰ ਹੀ ਨਹੀਂ ਆ। ਪਰ ਲੰਘੇ ਕੱਲ ਚਰਨਜੀਤ ਸਿੰਘ ਚੰਨੀ ਦੇ ਭਰਾ ਦੇ ਵੱਲੋਂ ਆਜ਼ਾਦ ਤੌਰ ਦੇ ਉੱਤੇ ਚੋਣ ਲੜਨ ਦੇ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਗਏ ਆ। ਮਤਲਬ ਇਹ ਆ ਵੀ ਇਸ ਮਾਮਲੇ ਦੇ ਉੱਤੇ ਡਾਕਟਰ ਮਨੋਹਰ ਸਿੰਘ ਰੁਕਣ ਵਾਲੇ ਨਹੀਂ ਆ। ਸੋ ਆਉਂਦੇ ਦਿਨਾਂ ਦੇ ਵਿੱਚ ਆਜ਼ਾਦ ਤੌਰ ਦੇ ਉੱਤੇ ਚੋਣ ਲੜਨ ਵਾਲਿਆਂ ਦੀ ਗਿਣਤੀ ਦੇ ਵਿੱਚ ਹੋਰ ਵੀ ਵਾਧਾ ਹੋਣਾ। 1 ਫਰਵਰੀ ਤੱਕ ਪੰਜਾਬ ਦੇ ਵਿੱਚ ਨਾਮਜ਼ਦਗੀ ਕਾਗਜ਼ ਦਾਖਲ ਹੋ ਸਕਦੇ ਆ ਤੇ ਉਸ ਤੋਂ ਬਾਅਦ ਕਾਗਜ਼ ਕੁਝ ਕੁ ਲੋਕ ਵਾਪਸ ਵੀ ਲੈਂਦੇ ਹੁੰਦੇ ਆ ਤੇ ਉਹਦੇ ਮੱਦੇਨਜ਼ਰ ਤਿਆਰੀਆਂ ਜਿਵੇਂ ਸਿਖਰ ਦੇ ਉੱਤੇ ਹੋ ਰਹੀਆਂ, ਇਹਦੇ ਬਾਬਤ ਆਪਾਂ ਸਾਰਾ ਕੁਝ ਜਾਣਦੇ ਆ। ਸਤਵਿੰਦਰ ਬਿੱਟੀ ਦੇ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ। ਲੰਘੇ ਕੱਲ ਸਮਰਾਲੇ ਦੇ ਕਾਂਗਰਸੀ ਵਿਧਾਇਕ ਜਿਨ੍ਹਾਂ ਨੂੰ ਐਤਕੀ ਟਿਕਟ ਨਹੀਂ ਮਿਲੀ, ਉਹਨਾਂ ਦੀ ਥਾਂ ਦੇ ਉੱਤੇ ਰਾਣਾ ਗਿੱਲ ਨੂੰ ਮਿਲ ਗਈ ਹੈ ਤੇ ਅਮਰੀਕ ਸਿੰਘ ਢਿੱਲੋਂ ਦੇ ਵੱਲੋਂ ਵੀ ਆਜ਼ਾਦ ਚੋਣ ਲੜਨ ਦੇ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਗਏ ਆ। ਪਰ ਮਹਿੰਦਰ ਸਿੰਘ ਕੇਪੀ ਜਿਨ੍ਹਾਂ ਨੂੰ ਕਿ ਆਦਮਪੁਰ ਤੋਂ ਟਿਕਟ ਚਾਹੀਦੀ ਸੀ, ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਸੁਖਵਿੰਦਰ ਸਿੰਘ ਕੋਟਲੀ ਨੂੰ ਮਿਲ ਗਈ। ਮਹਿੰਦਰ ਸਿੰਘ ਕੇਪੀ ਵੀ ਬਗਾਵਤ ਦੇ ਰੌਂ ਦੇ ਵਿੱਚ ਸੀ, ਆਜ਼ਾਦ ਚੋਣ ਲੜਨ ਦੇ ਰੌਂ ਦੇ ਵਿੱਚ ਸੀ। ਪਰ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਦੇ ਵਿੱਚ ਰਾਹੁਲ ਗਾਂਧੀ ਨੇ ਉਹਨਾਂ ਨੂੰ ਜੱਫੀ ਪਾ ਲਈ ਹੈ। ਉਹਨਾਂ ਨੂੰ ਕਿਹਾ ਕਿ ਤੁਸੀਂ ਪਾਰਟੀ ਦੇ ਲਈ ਕੰਮ ਕਰੋ ਤੇ ਤੁਸੀਂ ਸਾਡੀ ਪਾਰਟੀ ਦੇ ਸਤਿਕਾਰਯੋਗ ਆ। ਇਸ ਕਰਕੇ ਮਹਿੰਦਰ ਸਿੰਘ ਕੇਪੀ ਨੇ ਬਗਾਵਤ ਕਰਨੀ ਰੋਕ ਦਿੱਤੀ ਹੈ। ਪਰ ਬਾਕੀ ਲਗਾਤਾਰ ਬਗਾਵਤ ਦੀ ਧਾਰ ਤਿੱਖੀ ਕਰ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਕਾਂਗਰਸ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਮੱਚਿਆ ਹੋਇਆ ਘਮਸਾਨ ਥੰਮ ਨਹੀਂ ਰਿਹਾ। ਇਸ ਵੇਲੇ 15 ਵਿਧਾਨ ਸਭਾ ਸੀਟਾਂ ਦੇ ਉੱਤੇ ਖੁੱਲ੍ਹ ਕੇ ਬਗਾਵਤ ਹੋ ਚੁੱਕੀ ਹੈ। ਸਮਰਾਲਾ ਦੇ ਵਿੱਚ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਆਜ਼ਾਦ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ, ਜਦਕਿ ਕਈ ਸੀਟਾਂ ਦੇ ਉੱਤੇ ਇਹਦੀ ਤਿਆਰੀ ਹੋ ਚੁੱਕੀ ਹੈ। ਦੂਜੇ ਪਾਸੇ ਕਾਂਗਰਸ ਨੇ ਅੰਤਲੀ ਸੂਚੀ ਜਾਰੀ ਕਰਨ ਤੋਂ ਪਹਿਲਾਂ ਪੰਜਾਬ ਦੇ ਵਿੱਚ 5 ਸੀਟਾਂ ਦੇ ਉੱਤੇ ਚਰਚਾ ਸ਼ੁਰੂ ਕਰ ਦਿੱਤੀ ਹੈ, ਜਿਹਦੇ ਵਿੱਚ ਨੇਤਾਵਾਂ ਦੇ ਰਿਸ਼ਤੇਦਾਰਾਂ ਦੇ ਨਾਲ ਪਾਰਟੀ ਬਦਲ ਕੇ ਆਏ ਨੇਤਾਵਾਂ ਦੀਆਂ ਟਿਕਟਾਂ ਵੀ ਸ਼ਾਮਿਲ ਨੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਹੁਲ ਗਾਂਧੀ ਦਾ ਪੰਜਾਬ ਦਾ ਦੌਰਾ ਸੀ। ਇਸ ਵਜ੍ਹਾ ਕਰਕੇ ਕਾਂਗਰਸ ਨੇ ਸਭ ਤੋਂ ਵੱਧ ਝਗੜੇ ਵਾਲੀਆਂ 8 ਸੀਟਾਂ ਦੇ ਉੱਤੇ ਐਲਾਨ ਨਹੀਂ ਕੀਤਾ। ਹਾਲਾਂਕਿ ਰਾਹੁਲ ਦੇ 117 ਉਮੀਦਵਾਰਾਂ ਦੇ ਨਾਲ ਅੰਮ੍ਰਿਤਸਰ ਵਿੱਚ ਧਾਰਮਿਕ ਥਾਵਾਂ ਦੇ ਉੱਤੇ ਮੱਥਾ ਟੇਕਣ ਦਾ ਪ੍ਰੋਗਰਾਮ ਸੀ। ਕਾਂਗਰਸ ਨੇ 2 ਵਾਰ ਦੇ ਵਿੱਚ 109 ਉਮੀਦਵਾਰਾਂ ਦਾ ਐਲਾਨ ਕੀਤਾ। ਸਮਰਾਲਾ ਦੇ ਵਿੱਚ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕੱਟੀ ਗਈ ਹੈ। ਹੁਣ ਉਹਨਾਂ ਦੇ ਵੱਲੋਂ ਆਜ਼ਾਦ ਤੌਰ ਦੇ ਉੱਤੇ ਕਾਗਜ਼ ਦਾਖਲ ਕਰ ਦਿੱਤੇ ਗਏ ਨੇ। ਸੁਨਾਮ ਤੋਂ ਦਾਮਨ ਸਿੰਧ ਬਾਜਵਾ ਦੀ ਟਿਕਟ ਕੱਟ ਕੇ ਵਿਧਾਇਕ ਸੁਰਜੀਤ ਧਮਾਨ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ ਧਮਾਨ ਨੂੰ ਦਿੱਤੀ ਗਈ ਹੈ। ਬਾਜਵਾ ਇੱਥੋਂ ਆਜ਼ਾਦ ਚੋਣ ਲੜ ਸਕਦੀ ਹੈ। ਦੂਜੇ ਪਾਸੇ ਬਲਵਿੰਦਰ ਸਿੰਘ ਲਾਡੀ ਦੀ ਟਿਕਟ ਹਰਗੋਬਿੰਦਪੁਰ ਤੋਂ ਕੱਟੀ ਗਈ ਹੈ। ਲਾਡੀ ਭਾਜਪਾ ਵਿੱਚ ਚਲੇ ਗਏ ਸੀ, ਪਰ 6ਵੇਂ ਦਿਨ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਟਿਕਟ ਦਾ ਭਰੋਸਾ ਦੇ ਕੇ ਵਾਪਸ ਲਿਆਂਦਾ ਸੀ। ਇਸ ਦੇ ਬਾਵਜੂਦ ਲਾਡੀ ਦੀ ਟਿਕਟ ਕੱਟੀ ਗਈ ਹੈ ਤੇ ਉਹ ਨਾਰਾਜ਼ ਹੋ ਗਏ ਨੇ। ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸਤਕਾਰ ਕੌਰ ਦੀ ਟਿਕਟ ਕੱਟੀ ਗਈ ਹੈ ਤੇ ਉਹਨਾਂ ਨੇ ਉਮੀਦਵਾਰ ਦੇ ਖਿਲਾਫ ਬਗਾਵਤ ਕਰ ਦਿੱਤੀ। ਉਹ ਨਾ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕਰਨਗੇ ਤੇ ਨਾ ਹੀ ਸਮਰਥਕਾਂ ਨੂੰ ਇਹ ਸਾਰਾ ਕੁਝ ਕਰਨ ਵਾਸਤੇ ਕਹਿਣਗੇ। ਸੁਲਤਾਨਪੁਰ ਲੋਧੀ ਤੋਂ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਜ਼ਾਦ ਤੌਰ ਦੇ ਉੱਤੇ ਚੋਣ ਲੜਨੀ ਹੈ। ਉਹਨਾਂ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਪਣੀ ਚੋਣ ਮੁਹਿੰਮ ਨੂੰ ਸਿਖਰ ਦੇ ਉੱਤੇ ਪਹੁੰਚਾਇਆ ਜਾ ਰਿਹਾ। ਖਰੜ ਤੋਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਟਿਕਟ ਦੇ ਦਾਅਵੇਦਾਰ ਸਨ, ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ। ਕੰਗ ਨੇ ਇਹਦੇ ਵਾਸਤੇ ਮੁੱਖ ਮੰਤਰੀ ਚੰਨੀ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੇ ਪੁੱਤ ਨੂੰ ਆਜ਼ਾਦ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ। ਸ਼ੁਤਰਾਣਾ ਤੋਂ ਮੌਜੂਦਾ ਵਿਧਾਇਕ ਨਿਰਮਲ ਸਿੰਘ ਦੀ ਟਿਕਟ ਕੱਟੀ ਗਈ ਹੈ। ਉਹ ਪਾਰਟੀ ਤੋਂ ਨਾਰਾਜ਼ ਨੇ, ਪਰ ਜੇ ਉਹ ਆਜ਼ਾਦ ਤੌਰ ਦੇ ਉੱਤੇ ਚੋਣ ਨਾ ਲੜੇ ਤਾਂ ਉਹ ਕੈਂਡੀਡੇਟ ਦਾ ਵਿਰੋਧ ਜ਼ਰੂਰ ਕਰਨਗੇ। ਬਟਾਲਾ ਤੋਂ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਖੁਦ ਟਿਕਟ ਚਾਹੁੰਦੇ ਸਨ। ਹਾਲਾਂਕਿ ਕਾਂਗਰਸ ਨੇ ਉਹਨਾਂ ਨੂੰ ਫਤਿਹਗੜ੍ਹ ਚੂੜੀਆਂ ਤੋਂ ਹੀ ਟਿਕਟ ਦਿੱਤੀ ਹੈ। ਫਿਰ ਬਟਾਲਾ ਦੇ ਲਈ ਉਹਨਾਂ ਨੇ ਆਪਣੇ ਬੇਟੇ ਵਾਸਤੇ ਟਿਕਟ ਮੰਗੀ, ਪਰ ਕਾਂਗਰਸ ਨੇ ਅਸ਼ਵਨੀ ਸੇਖੜੀ ਨੂੰ ਦੇ ਦਿੱਤੀ। ਇੱਥੋਂ ਬਾਜਵਾ ਦਾ ਪੁੱਤ ਆਜ਼ਾਦ ਚੋਣ ਲੜ ਸਕਦਾ ਹੈ। ਬੱਸੀ ਪਠਾਣਾ ਤੋਂ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਨੇ ਟਿਕਟ ਮੰਗੀ ਸੀ। ਕਾਂਗਰਸ ਨੇ ਗੁਰਪ੍ਰੀਤ ਸਿੰਘ ਜੀਪੀ ਵਰਤਮਾਨ ਵਿਧਾਇਕ ਨੂੰ ਹੀ ਦਿੱਤੀ। ਉਹਨਾਂ ਦੇ ਵੱਲੋਂ ਵੀ ਆਜ਼ਾਦ ਤੌਰ ਦੇ ਉੱਤੇ ਯਾਨੀ ਕਿ ਡਾਕਟਰ ਮਨੋਹਰ ਸਿੰਘ ਦੇ
ਦੇ ਵੱਲੋਂ ਆਜ਼ਾਦ ਤੌਰ ਦੇ ਉੱਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ, ਕਾਗਜ਼ ਭਰ ਦਿੱਤੇ ਨੇ। ਜਗਰਾਓਂ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਮਲਕੀਤ ਦਾਖਾ ਟਿਕਟ ਮੰਗ ਰਹੇ ਸਨ। ਕਾਂਗਰਸ ਨੇ ਆਮ ਆਦਮੀ ਪਾਰਟੀ ਤੋਂ ਆਏ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੂੰ ਟਿਕਟ ਦਿੱਤੀ ਹੈ, ਇੱਥੇ ਵੀ ਵਿਰੋਧ ਹੋ ਰਿਹਾ। ਸਾਹਨੇਵਾਲ ਤੋਂ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਟਿਕਟ ਦੀ ਦੌੜ ਵਿੱਚ ਸੀ, ਪਰ ਰਜਿੰਦਰ ਕੌਰ ਪੱਠਲ ਦੇ ਜਵਾਈ ਬਿਕਰਮ ਬਾਜਵਾ ਨੂੰ ਟਿਕਟ ਮਿਲੀ ਹੈ ਤੇ ਬਿੱਟੀ ਦੇ ਵੱਲੋਂ ਵੀ ਹੁਣ ਪਤਾ ਲੱਗਾ ਕਿ ਆਜ਼ਾਦ ਤੌਰ ਦੇ ਉੱਤੇ ਚੋਣ ਲੜੀ ਜਾਵੇਗੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਵੀਰ ਡਿੰਪਾ ਆਪਣੇ ਪੁੱਤ ਵਾਸਤੇ ਟਿਕਟ ਮੰਗ ਰਹੇ ਸਨ, ਪਰ ਕਾਂਗਰਸ ਨੇ ਵਿਧਾਇਕ ਰਮਨਜੀਤ ਸਿੱਕੀ ਨੂੰ ਹੀ ਟਿਕਟ ਦਿੱਤੀ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਜ਼ਰੀਏ ਡਿੰਪਾ ਨੇ ਕਾਂਗਰਸ ਦੇ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੂਜੇ ਪਾਸੇ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਦੇ ਪੁੱਤ ਰਾਜ ਬਲਵਿੰਦਰ ਬਰਾੜ ਦੇ ਚੋਣ ਲੜਨ ਦੇ ਲਈ SP ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਅੰਤਲੇ ਵਕਤ ਦੇ ਵਿੱਚ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਹਰਚਰਨ ਬਰਾੜ ਨੂੰ ਕਰਨ ਕੌਰ ਬਰਾੜ ਨੂੰ ਟਿਕਟ ਦਿੱਤੀ ਹੈ, ਜਿਹਦਾ ਵਿਰੋਧ ਹੋ ਰਿਹਾ। ਤੇ ਗੁਰੂ ਹਰਸਹਾਏ ਤੋਂ ਰਾਣਾ ਸੋਢੀ ਦੇ ਭਾਜਪਾ ਦੇ ਵਿੱਚ ਜਾਣ ਤੋਂ ਬਾਅਦ ਮਿਲਕਫੈਡ ਦੇ ਚੇਅਰਮੈਨ ਗੁਰਭੇਜ ਸਿੰਘ ਟਿਕਟ ਦੀ ਦੌੜ ਵਿੱਚ ਸਨ, ਪਰ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਉਹ ਵੀ ਇਸ ਵਕਤ ਵਿਰੋਧ ਦੇ ਰੂਪ ਦੇ ਵਿੱਚ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਾਂਗਰਸ ਨੂੰ ਹਮੇਸ਼ਾ ਬਗਾਵਤੀ ਹੀ ਡੁੱਬਦੇ ਆ ਤੇ ਐਤਕੀ ਬਗਾਵਤ ਕਰਨ ਵਾਲੇ ਕਿੱਥੇ ਜੇ ਖੜੀ ਰੱਖਣਗੇ ਜਾਂ ਕਿੱਥੇ ਜੇ ਖੜੀ ਰਹਿਣ ਦੇਣਗੇ, ਇਹਦੇ ਵੱਲ ਸਭ ਦਾ ਧਿਆਨ ਟਿਕਿਆ ਹੋਇਆ। ਪਰ ਇਹ ਗੱਲ ਸੱਚੀ ਹੈ ਕਿ ਸਭ ਤੋਂ ਲੇਟ ਲਤੀਫੀ ਦੀ ਸ਼ਿਕਾਰ ਟਿਕਟਾਂ ਦੇ ਮਾਮਲੇ ਦੇ ਵਿੱਚ ਕਾਂਗਰਸ ਹੁੰਦੀ ਹੈ ਤੇ ਸਭ ਤੋਂ ਅੰਤ ਦੇ ਉੱਤੇ ਟਿਕਟਾਂ ਵੰਡਣ ਦੇ ਬਾਵਜੂਦ ਸਭ ਤੋਂ ਵੱਧ ਕਲੇਸ਼ ਕਾਂਗਰਸ ਦੇ ਵਿੱਚ ਹੀ ਰਹਿੰਦਾ ਹੈ। ਤੇ ਇਹਦਾ ਕਾਰਨ ਇਹ ਨਹੀਂ ਕਿ ਲੋਕ ਸੇਵਾ ਇੱਕਦਮ ਜਾਗਦੀ ਹੈ, ਇਹਦਾ ਕਾਰਨ ਇਹ ਆ ਵੀ ਕਾਂਗਰਸ ਦੀ ਮੈਨੇਜਮੈਂਟ ਬਹੁਤ ਗਲਤ ਹੈ। ਇੱਕ ਦੂਜੇ ਦੇ ਵੱਲ ਬਿਟ ਕਰਕੇ ਤੱਕੀ ਜਾਂਦੇ ਆ, ਇੱਕ ਦੂਜੇ ਦੇ ਪੈਰ ਮਿੱਧਣ ਦੇ ਲਈ 4-4 5-5 7-7 ਮੁੱਖ ਮੰਤਰੀ ਕਾਂਗਰਸ ਦੇ ਵਿੱਚ ਹੁੰਦੇ ਆ। ਇਸ ਕਰਕੇ ਹੁਣ ਬਗਾਵਤ ਆ ਜਿਹੜੀ, ਇਹਦੇ ਕੋਲੋਂ ਕਾਂਗਰਸ ਡਰ ਰਹੀ ਹੈ ਵੀ ਜੇਕਰ 15 ਥਾਵਾਂ ਦੇ ਉੱਤੇ ਬਗਾਵਤ ਹੈ, 15 ਥਾਵਾਂ ਤੋਂ ਵਰਤਮਾਨ ਜਿਹਨੂੰ ਟਿਕਟ ਮਿਲੀ ਹੈ ਉਹਨੂੰ ਹਰਾਉਣ ਦੇ ਲਈ ਬਗਾਵਤ ਕਰਨ ਵਾਲਿਆਂ ਦੇ ਵੱਲੋਂ ਪੂਰਾ ਯੋਗਦਾਨ ਪਾਇਆ ਜਾਊਗਾ। ਜੇਕਰ ਇਹਨਾਂ 15 ਦੇ ਵਿੱਚੋਂ 10 ਥਾਵਾਂ ਦੇ ਉੱਤੇ ਵੀ ਬਗਾਵਤੀ ਕਾਮਯਾਬ ਹੋ ਗਏ ਤਾਂ ਸਮਝ ਲਓ ਕਾਂਗਰਸ ਦਾ ਅੱਗੇ ਵਾਧਾ ਯਕਾ ਰੁਕ ਗਿਆ। ਇਸ ਕਰਕੇ ਕਾਂਗਰਸ ਹਾਈਕਮਾਨ ਦੀ ਚਿੰਤਾ ਦੇ ਵਿੱਚ ਇੱਕਦਮ ਵਾਧਾ ਹੋਇਆ। ਪੰਜਾਬ ਦਾ ਮੁੱਖ ਮੰਤਰੀ ਕੌਣ ਹੋਊ, ਕਾਂਗਰਸ ਦੇ ਵੱਲੋਂ ਚਿਹਰਾ ਕੌਣ ਹੋਊ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਹੋਈ ਹੈ। ਪਰ ਕਾਂਗਰਸ ਹਾਈਕਮਾਨ ਦੇ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ। ਇਸ ਸਰਵੇਖਣ ਦੇ ਵਿੱਚ ਚੰਨੀ ਦੀ ਝੰਡੀ ਹੈ ਤੇ ਸਿੱਧੂ ਦੀ ਹੇਠੀ ਹੈ। ਖਬਰ ਇਹ ਪ੍ਰਾਪਤ ਹੋਈ ਹੈ ਕਿ ਰਾਹੁਲ ਗਾਂਧੀ ਹੋਰੀ ਵੀ ਚਾਹੁੰਦੇ ਆ, ਹਾਈਕਮਾਨ ਨੇ ਖੁਦ ਦਾ ਮਨ ਬਣਾ ਲਿਆ ਕਿ ਅਸੀਂ ਮੁੱਖ ਮੰਤਰੀ ਚਿਹਰਾ ਐਲਾਨਾਂਗੇ, ਮੁੱਖ ਮੰਤਰੀ ਚਿਹਰਾ ਐਲਾਨ ਕੇ ਹੀ ਚੋਣ ਲੜਨੀ ਆ। ਕਿਉਂਕਿ ਜਦੋਂ ਹੁਣ ਪਰਸੋਂ ਆਪਾਂ ਜਾਣਦੇ ਹਾਂ ਕਿ ਰਾਹੁਲ ਗਾਂਧੀ ਹੋਰੀ ਜਲੰਧਰ ਦੇ ਵਿੱਚ ਆਏ, ਉਹਨਾਂ ਦੇ ਵੱਲੋਂ ਇੱਥੇ ਵਰਚੁਅਲ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇੱਥੇ ਚੰਨੀ ਨੇ ਤੇ ਸਿੱਧੂ ਨੇ ਮਾਈਕ ਦੇ ਮੂਹਰੇ ਖੜ ਕੇ ਗੱਲ ਕਹੀ ਜੀ ਕਿ ਮੁੱਖ ਮੰਤਰੀ ਚਿਹਰਾ ਨਹੀਂ ਤਾਂ ਕਾਂਗਰਸ ਦੀ ਸਰਕਾਰ ਨਹੀਂ ਬਣਦੀ, ਮੁੱਖ ਮੰਤਰੀ ਚਿਹਰਾ ਐਲਾਨੋ, ਸਾਡਾ ਲਾੜਾ ਕਿੱਥੇ ਸਾਨੂੰ ਦੱਸੋ। ਤੇ ਪਤਾ ਲੱਗਾ ਵੀ ਹਾਈਕਮਾਨ ਨੇ ਸਰਵੇਖਣ ਕਰਵਾ ਲਿਆ ਤੇ ਗੁਣਾ ਚੰਨੀ ਦੇ ਉੱਤੇ ਫੇਰ ਪੈ ਸਕਦਾ। ਤੇ ਜੇਕਰ ਇਹ ਪੈ ਗਿਆ ਤਾਂ ਸਿੱਧੂ ਹੋਰਾਂ ਦਾ ਕੀ ਬਣੂ ਤੇ ਉਹਨਾਂ ਦਾ ਰਾਜਸੀ ਭਵਿੱਖ ਕੀ ਹੈ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸਸਪੈਂਸ ਖਤਮ ਹੋ ਗਿਆ। ਦੱਸਿਆ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਸੂਬੇ ਦੇ ਵਿੱਚ ਪਾਰਟੀ ਦੇ ਮੁੱਖ ਮੰਤਰੀ ਹੋਣਗੇ। ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਉਮੀਦਵਾਰ ਦੇ ਐਲਾਨ ਨੂੰ ਲੈ ਕੇ ਕਾਫੀ ਸਮੇਂ ਤੋਂ ਬਿਆਨਬਾਜ਼ੀ ਚੱਲ ਰਹੀ ਸੀ। ਦੋਵੇਂ ਆਗੂ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਦੀ ਗੱਲ ਕਰ ਰਹੇ ਸਨ। ਪਿਛਲੇ ਸਾਲ ਕੈਪਟਨ ਦੇ ਅਸਤੀਫੇ ਤੋਂ ਬਾਅਦ ਪਾਰਟੀ ਨੇ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ। ਇਸ ਸੰਬੰਧੀ ਕੋਈ ਵੀ ਕਾਂਗਰਸੀ ਨੇਤਾ ਸਿੱਧੇ ਤੌਰ ਦੇ ਉੱਤੇ ਗੱਲ ਤਾਂ ਨਹੀਂ ਕਰ ਰਿਹਾ, ਪਰ ਪਤਾ ਲੱਗਾ ਕਿ ਅੰਦਰੂਨੀ ਸਰਵੇਖਣ ਦੇ ਵਿੱਚ ਚੰਨੀ ਦਾ ਨਾਂ ਉੱਚਾ ਚੱਲ ਰਿਹਾ। ਇਸ ਤੋਂ ਇਲਾਵਾ ਸਿਆਸੀ ਮਾਹਰਾਂ ਦਾ ਮੰਨਣਾ ਕਿ ਚੰਨੀ ਦਾ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਨਾਲ ਵੀ ਮੁਕਾਬਲਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਤੇ CM ਚੰਨੀ ਲਗਾਤਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ CM ਉਮੀਦਵਾਰ ਐਲਾਨਣ ਦੀ ਅਪੀਲ ਕਰ ਰਹੇ ਸਨ, ਜਿਸ ਤੇ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਪਾਰਟੀ ਵਰਕਰ ਮੁੱਖ ਮੰਤਰੀ ਦਾ ਚਿਹਰਾ ਤੈਅ ਕਰਨਗੇ। ਜਲੰਧਰ ਦੇ ਵਿੱਚ ਇੱਕ ਵਰਚੁਅਲ ਰੈਲੀ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਾਰ ਦੇ ਵਿੱਚ ਚਰਚਾ ਕੀਤੀ ਹੈ ਕਿ ਪੰਜਾਬ ਨੂੰ ਅੱਗੇ ਕੌਣ ਲੈ ਕੇ ਜਾਵੇਗਾ। ਮੀਡੀਆ ਵਾਲੇ ਇਸ ਨੂੰ CM ਉਮੀਦਵਾਰ ਕਹਿ ਰਹੇ ਨੇ। ਚੰਨੀ ਜੀ ਤੇ ਸਿੱਧੂ ਜੀ ਨੇ ਮੈਨੂੰ ਦੱਸਿਆ ਕਿ ਪੰਜਾਬ ਦੇ ਸਾਹਮਣੇ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕਾਂਗਰਸ ਦੀ ਅਗਵਾਈ ਕਰੇਗਾ ਕੌਣ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ 4.5 ਸਾਲ ਦਾ ਜਿਹੜਾ ਮੁੱਢਲਾ ਕਾਰਜਕਾਲ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲਾ, ਉਹ ਇੰਨਾ ਕੁ ਠੰਡਾ ਮੱਠਾ ਰਿਹਾ ਵੀ ਲੋਕ ਇਸ ਗੱਲ ਦੇ ਉੱਤੇ ਖਾਸੇ ਨਾਰਾਜ਼ ਹੈ। ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਦੇ ਵਿੱਚ ਪੈਚ ਵਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਕੁਝ ਕੁ ਥਾਵਾਂ ਦੇ ਉੱਤੇ ਸਫਲ ਤੇ ਕਈ ਥਾਵਾਂ ਦੇ ਉੱਤੇ ਅਸਫਲ ਵੀ ਸਾਬਤ ਹੋਏ ਆ। ਉਹਨਾਂ ਦੇ ਨਾਂ ਦੇ ਨਾਲ ਐਲਾਨਜੀਤ ਤੇ ਕਈ ਹੋਰ ਸ਼ਬਦ ਵੀ ਜੁੜੇ ਆ, ਪਰ ਇਸ ਦੇ ਬਾਵਜੂਦ ਉਹ ਕਹਿੰਦੇ ਕਿ ਮੈਂ 111 ਦਿਨਾਂ ਦੇ ਵਿੱਚ 11 ਸਾਲ ਜਿੰਨਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਪੰਜਾਬ ਦੇ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਨੇ ਕਿੰਨਾ ਕੁ ਪ੍ਰਭਾਵ ਛੱਡਿਆ, ਇਹਦਾ ਪਤਾ ਲੱਗੂਗਾ ਇਹ 20 ਤਰੀਕ ਦੀਆਂ ਚੋਣਾਂ ਦੇ ਵਿੱਚ, 20 ਫਰਵਰੀ ਦੀਆਂ ਚੋਣਾਂ ਦੇ ਮੌਕੇ ਤੇ 10 ਮਾਰਚ ਨੂੰ ਆਏ ਹੋਏ ਨਤੀਜੇ ਸਾਰਾ ਕੁਝ ਦੱਸ ਦੇਣਗੇ ਵੀ ਸੱਚੀ ਮੁੱਚੀ ਕੀ ਬਣਿਆ ਤੇ ਉਹ ਕਿੱਥੇ ਜੇ ਖੜੇ ਸੀ ਤੇ ਕੀ ਕੁਝ ਕਰ ਰਹੇ ਸੀ। ਸੋ ਕਾਂਗਰਸ ਦੇ ਵਿੱਚ ਜੇਕਰ ਸਸਪੈਂਸ ਮੁੱਕ ਜਾਂਦਾ ਹੈ ਵੀ ਚੰਨੀ ਜੇਕਰ ਮੰਨ ਲਓ ਮੁੱਖ ਮੰਤਰੀ ਚਿਹਰਾ ਐਲਾਨ ਦਿੱਤੇ ਜਾਂਦੇ ਆ ਤਾਂ ਸਿੱਧੂ ਵੱਲੋਂ ਕੀ ਬਗਾਵਤ ਕੀਤੀ ਜਾਊ ਕਿ ਨਹੀਂ, ਕੀ ਬਾਕੀ ਕਾਂਗਰਸੀ ਜਿਹੜੇ ਉਹ ਇਸ ਮਾਮਲੇ ਤੇ ਕੁਝ ਕਰਨਗੇ ਕਿ ਨਹੀਂ, ਇਹ ਸਮਾਂ ਬਿਆਨ ਕਰੂਗਾ।
ਪਰ ਲੋੜ ਇਸ ਵਕਤ ਸੀ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਸੀਐਮ ਚਿਹਰਾ ਜ਼ਰੂਰ ਐਲਾਨ ਕਰਨ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।